Because of industrial development, income will rise, and with the increase in demand of food grain, agriculture will also develop. ਹੁਣ ਉਹਦਾ ਕੀ ਹੋਊਗਾ, ਦੇਖੋ ਇੰਡਸਟਰੀ ਦੀ ਡਿਵੈਲਪਮੈਂਟ ਹੋਊਗੀ ਜ਼ਿਆਦਾ ਤੋਂ ਜ਼ਿਆਦਾ, ਠੀਕ ਹੈ। ਹੁਣ ਇੰਡਸਟਰੀ 'ਚ ਜਿੰਨੀਆਂ ਵੀ ਚੀਜ਼ਾਂ ਮੰਨ ਲਓ ਕਹਿ ਲਓ ਫੈਕਟਰੀ 'ਚ ਜਿੰਨੀਆਂ ਵੀ ਚੀਜ਼ਾਂ ਬਣਨਗੀਆਂ ਉਹ ਵਿਕਣਗੀਆਂ, ਠੀਕ ਹੈ। ਦੇਖੋ ਸਟਾਰਟਿੰਗ ਤੋਂ ਸਮਝਾਉਂਦੀ ਹਾਂ, ਅਗਰ ਰॉ ਮਟੀਰੀਅਲ ਸਾਨੂੰ ਜ਼ਿਆਦਾ ਮਿਲੇਗਾ ਤਾਂ ਫਿਰ ਉਹ ਜਦੋਂ ਇੰਡਸਟਰੀ 'ਚ ਜਾਏਗਾ ਤਾਂ ਫਿਰ ਉਹਦੇ ਨਾਲ ਚੀਜ਼ਾਂ ਵੀ ਤਾਂ ਜ਼ਿਆਦਾ ਬਣਨਗੀਆਂ। ਜਦੋਂ ਜ਼ਿਆਦਾ ਚੀਜ਼ਾਂ ਬਣਨਗੀਆਂ ਫਿਰ ਜਿੰਨੀਆਂ ਜ਼ਿਆਦਾ ਚੀਜ਼ਾਂ ਵਿਕਣਗੀਆਂ, ਠੀਕ ਹੈ, ਤੇ ਉਹਦੇ ਨਾਲ ਕੀ ਹੋ ਜਾਣਾ ਵਾ ਕਿ ਚੀਜ਼ਾਂ ਦੀ ਡਿਮਾਂਡ ਵਧੇਗੀ, ਲੋਕਾਂ ਕੋਲ ਪੈਸਾ ਆਵੇਗਾ, ਠੀਕ ਹੈ। ਤੇ ਪੈਸੇ ਆਉਣ ਦੇ ਨਾਲ ਫਰਦਰ ਫਿਰ ਦੁਬਾਰਾ ਉਹ ਹੋਰ ਜ਼ਿਆਦਾ ਫੂਡ ਗ੍ਰੇਨ ਦੀ ਬਾਕੀ ਇੰਡਸਟਰੀਅਲ ਚੀਜ਼ਾਂ ਦੀ ਡਿਮਾਂਡ ਕਰੇਗੀ, ਔਰ ਫਿਰ ਇੰਡਸਟਰੀ ਨੂੰ ਜ਼ਿਆਦਾ ਚੀਜ਼ਾਂ ਦੀ ਡਿਮਾਂਡ ਕਿੱਥੋਂ ਪੈ ਜਾਣੀ ਹੈ, ਰॉ ਮਟੀਰੀਅਲ ਦੀ, ਖੇਤੀਬਾੜੀ ਤੋਂ। ਤਾਂ ਇਹਦੇ ਨਾਲ ਖੇਤੀਬਾੜੀ ਦਾ ਵੀ ਵਿਕਾਸ ਹੋਣਾ ਵਾ, ਐਗਰੀਕਲਚਰ ਦਾ ਵੀ ਵਿਕਾਸ ਹੋਣਾ ਵਾ। ਐਗਰੀਕਲਚਰ ਨੂੰ ਵੀ ਫਿਰ ਆਪਣੀ ਉਸੇ ਹਿਸਾਬ ਨਾਲ ਪ੍ਰੋਡਕਟੀਵਿਟੀ ਵਧਾਉਣੀ ਪੈਣੀ ਹੈ। ਸਮਝ ਲੱਗੀ ਹੁਣ ਗੱਲ, ਠੀਕ ਹੈ। ਨੈਕਸਟ ਆ ਜਾਓ, ਮੈਨੀ ਕੋਟੇਜ ਇੰਡਸਟਰੀਜ਼। ਕੋਟੇਜ ਇੰਡਸਟਰੀ ਕੀ ਹੁੰਦੀ ਆ, ਕੁਟੀਰ ਉਦਯੋਗ। ਕੁਟੀਰ ਉਦਯੋਗ ਬੋਲਦੇ ਆ ਲਾਈਕ ਆਇਲ ਐਕਸਪੈਲਰਸ, ਹੈਂਡਲੂਮਸ। ਅੱਗੇ ਕੀ ਹੁੰਦੇ ਸੀ, ਕਦੇ ਸੁਣਿਆ ਤੁਸੀਂ ਤੇਲ ਵਾਲੇ ਕੋਲੂ, ਹੱਥਾਂ ਦੇ ਨਾਲ ਮੀਨਸ ਕਿ ਤੇਲ ਕੱਢਦੇ ਸੀ। ਹੈਂਡਲੂਮਸ ਕੀ ਹੁੰਦੇ ਆ, ਹੱਥ ਖੱਡੀਆਂ, ਯਾਨੀ ਕਿ ਹੱਥਾਂ ਦੇ ਨਾਲ ਉਹ ਕੱਪੜਾ ਬੁਣਦੇ ਹੁੰਦੇ ਸੀਗੇ, ਠੀਕ ਹੈ। ਤੋ ਇਹਨਾਂ ਨੂੰ ਜਿਹੜਾ ਰॉ ਮਟੀਰੀਅਲ ਆ, ਇਹਨਾਂ ਨੂੰ ਵੀ ਕੱਚਾ ਮਾਲ, ਜਿਹੜੇ ਛੋਟੇ ਛੋਟੇ ਵੱਡੇ ਉਦਯੋਗਾਂ ਨੂੰ ਤਾਂ ਕੱਚਾ ਮਾਲ ਖੇਤੀਬਾੜੀ ਤੋਂ ਜਾਂਦਾ ਹੀ ਜਾਂਦਾ ਵਾ, ਪਲੱਸ ਛੋਟੇ ਛੋਟੇ ਉਦਯੋਗਾਂ ਨੂੰ ਵੀ ਕੱਚਾ ਮਾਲ ਕਿੱਥੋਂ ਜਾਂਦਾ ਵਾ, ਖੇਤੀਬਾੜੀ ਤੋਂ। ਅਗਰ ਹੁਣ ਕਿਸੇ ਨੇ ਤੇਲ ਕੱਢਣਾ ਵਾ ਆਪਣੇ ਕੋਲੂ 'ਚ ਤਾਂ ਤੇਲ ਵਾਲੇ ਬੀਜ ਕਿੱਥੋਂ, ਸਾਨੂੰ ਖੇਤੀ 'ਚੋਂ ਹੀ ਆਉਣ। ਅਗਰ ਕਿਸੇ ਨੇ ਧਾਗੇ ਦਾ ਕੱਪੜਾ ਬੁਣਨਾ ਵਾ ਹੱਥਾਂ ਦੇ ਨਾਲ, ਹੱਥ ਖੱਡੀ ਦੇ ਨਾਲ, ਤਾਂ ਧਾਗੇ ਦੇ ਲਈ ਕੋਟਨ ਵਗੈਰਾ ਜਿਹੜੀਆਂ ਰॉ ਮਟੀਰੀਅਲ ਆ, ਸਿਲਕ ਆ, ਠੀਕ ਹੈ। ਸਿਲਕ ਕੀ ਹੁੰਦਾ ਹੈ, ਉਹ ਸਿਲਕ ਵਾਲਾ ਜਿਹੜਾ ਉਹਦੇ ਸਿਲਕ ਵੋਮ ਜਿਹੜਾ ਹੁੰਦਾ ਵਾ ਉਹਦੇ ਤੋਂ ਬਣਦਾ ਵਾ ਕੱਪੜਾ। ਤਾਂ ਸਿਲਕ ਵੋਮ ਦੀ ਵੀ ਜਿਹੜੀ ਮੀਨਸ ਕਿ ਲੋਕ ਪਾਲਣ ਪੋਸ਼ਣ ਕਰਕੇ ਉਹਨਾਂ ਨੂੰ ਸ਼ਹਿਤੂਤ ਦੇ ਪੱਤਿਆਂ ਤੇ ਉਹ ਮੀਨਸ ਕਿ ਜੀਂਦੇ ਹੁੰਦੇ ਆ, ਤਾਂ ਉੱਥੋਂ ਵੀ ਜਿਹੜਾ ਧਾਗਾ ਆਉਂਦਾ ਵਾ ਉਹ ਵੀ ਐਗਰੀਕਲਚਰ ਦਾ ਹੀ ਹਿੱਸਾ ਵਾ। ਤਾਂ ਯਾਨੀ ਕਿ ਅਗਰ ਕਿਸੇ ਨੇ ਕੱਪੜਾ ਵੀ ਬਣਾਉਣਾ ਹੈ, ਚਾਹੇ ਕਾਟਨ ਦਾ ਚਾਹੇ ਸਿਲਕ ਦਾ, ਤਾਂ ਉਹ ਵੀ ਤਾਂ ਮੀਨਸ ਕਿ ਡਿਪੈਂਡ ਕਿਹਦੇ ਤੇ ਹੀ ਕਰਦੇ ਨੇ, ਐਗਰੀਕਲਚਰ ਤੇ, ਠੀਕ ਹੈ। ਨੈਕਸਟ ਆ ਜਾਓ, ਸੋਰਸ ਆਫ ਲਿਵਲੀਹੁੱਡ। ਸੌਰੀ। ਹੁਣ ਦੇਖੋ ਕਮਾਈ ਦਾ ਸਾਧਨ, ਲਿਵਲੀਹੁੱਡ ਕੀ ਹੁੰਦਾ ਹੈ, ਕਮਾਈ ਦਾ ਸਾਧਨ। ਐਗਰੀਕਲਚਰ ਜਿਹੜੀ ਖੇਤੀਬਾੜੀ ਹੈਗੀ ਸਿਰਫ ਔਰ ਸਿਰਫ ਕਿਸਾਨਾਂ ਦੇ ਹੀ ਕਮਾਈ ਦਾ ਸਾਧਨ ਨਹੀਂ ਹੈ, ਬਲਕਿ ਵੀਵਰਸ ਕੀ ਹੁੰਦੇ ਨੇ, ਜਿਹੜੇ ਕੱਪੜਾ ਬੁਣਦੇ ਨੇ, ਠੀਕ ਹੈ, ਆਰਟੀਸ਼ਨ, ਛੋਟੇ ਛੋਟੇ ਕਲਾਕਾਰ, ਬਾਰਬਰ ਹੋ ਗਏ, ਨਾਈ, ਵਾਸ਼ਰਮੈਨ, ਧੋਬੀ, ਇਹ ਵੀ ਐਗਰੀਕਲਚਰ ਤੋਂ ਹੀ ਇਹਨਾਂ ਨੂੰ ਮੀਨਸ ਕਿ ਆਪਣਾ ਰੋਜ਼ਗਾਰ ਮਿਲਦਾ ਵਾ। ਹੁਣ ਤੁਸੀਂ ਕਹਿਣਾ ਕਿ ਉਹਨਾਂ ਨੂੰ ਐਗਰੀਕਲਚਰ ਤੋਂ ਕਿੱਦਾਂ ਰੋਜ਼ਗਾਰ ਮਿਲ ਗਿਆ। ਦੇਖੋ ਅੱਜ ਕੱਲ੍ਹ ਕੀ ਹੋ ਗਿਆ ਵਾ ਕਿ ਮਸ਼ੀਨੀਕਰਨ ਹੋ ਗਿਆ। ਇਹ ਜਿਹੜੇ ਲੋਕ ਹੈਗੇ ਨੇ, ਆਪਾਂ ਪਿੱਛੇ ਵੀ ਪੜ੍ਹਿਆ ਸੀ ਬੇਰੁਜ਼ਗਾਰੀ ਦੇ ਵਿੱਚ ਵਾਲੇ ਚੈਪਟਰ ਦੇ ਵਿੱਚ, ਕਿ ਇਹਨਾਂ ਲੋਕਾਂ ਦਾ ਹੁਣ ਇਹਨਾਂ ਨੂੰ ਰੋਜ਼ਗਾਰ ਨਹੀਂ ਮਿਲਦਾ ਕਿਉਂਕਿ ਟੈਕਨੋਲੋਜੀ ਆ ਗਈ ਹੈ। ਤਾਂ ਇਹ ਲੋਕ ਹੁਣ ਕਿੱਥੇ ਡਿਪੈਂਡ ਹੋ ਗਏ ਨੇ, ਸਾਰੇ ਦੇ ਸਾਰੇ ਇਹ ਵੀ ਐਗਰੀਕਲਚਰ ਤੋਂ। ਇਹ ਵੀ ਜਿਹੜੇ ਦੂਜੇ ਕਿਸਾਨ ਹੈਗੇ ਨੇ ਜਿਨ੍ਹਾਂ ਕੋਲ ਜ਼ਮੀਨ ਹੈ, ਉਹਨਾਂ ਦੇ ਜ਼ਮੀਨ ਨੂੰ ਕਿਰਾਏ ਤੇ ਲੈ ਕੇ ਜਾਂ ਤਾਂ ਖੇਤੀ ਕਰ ਰਹੇ ਨੇ, ਜਾਂ ਫਿਰ ਐਜ਼ ਅ ਲੇਬਰ ਉਹਨਾਂ ਦੇ ਖੇਤ ਦੇ ਵਿੱਚ ਖੇਤੀ ਕਰ ਰਹੇ ਨੇ। ਕਲੀਅਰ ਹੈ। ਨੈਕਸਟ ਇਜ਼ ਐਗਰੀਕਲਚਰ ਐਂਡ ਫੋਰਨ ਟ੍ਰੇਡ, ਯਾਨੀ ਕਿ ਵਿਦੇਸ਼ੀ ਵਪਾਰ। ਤਾਂ ਜਿਹੜੀ ਸਾਡੀ ਖੇਤੀ ਹੈ, ਖੇਤੀਬਾੜੀ ਦੇ ਉੱਪਰ ਸਾਡਾ ਵਿਦੇਸ਼ੀ ਵਪਾਰ ਵੀ ਬਹੁਤ ਜ਼ਿਆਦਾ ਡਿਪੈਂਡ ਕਰਦਾ ਵਾ, ਠੀਕ ਹੈ। ਉਹ ਕਿਵੇਂ, ਜਿਹੜੇ ਇੰਡੀਆ ਦੇ ਟੋਟਲ ਐਕਸਪੋਰਟ ਨੇ, ਲਾਈਕ ਐਕਸਪੋਰਟ ਕੀ ਹੁੰਦਾ, ਚੀਜ਼ਾਂ ਨੂੰ ਫੋਰਨ ਕੰਟਰੀਜ਼ ਦੇ ਭੇਜਣਾ। ਹੁਣ ਆਪਾਂ ਕਿਹੜੀਆਂ ਕਿਹੜੀਆਂ ਚੀਜ਼ਾਂ ਖੇਤੀਬਾੜੀ ਤੋਂ ਮੀਨਸ ਕਿ ਐਗਰੀਕਲਚਰ ਤੋਂ ਪ੍ਰੋਡਿਊਸ ਹੋਣ ਵਾਲੀਆਂ ਫੋਰਨ ਕੰਟਰੀਜ਼ ਨੂੰ ਐਕਸਪੋਰਟ ਕਰਦੇ ਆ, ਲਾਈਕ ਟੀ, ਜੂਟ। ਜੂਟ ਕੀ ਹੁੰਦੀ ਆ, ਉਹ ਜੂਟ ਦੀਆਂ ਬੋਰੀਆਂ ਹੁੰਦੀਆਂ ਨਾ, ਠੀਕ ਹੈ, ਪਟਸਨ ਜਿਹਨੂੰ ਆਪਾਂ ਬੋਲ ਦਿੰਦੇ ਹਾਂ। ਕੈਸ਼ੂ ਨਟਸ, ਤੰਬਾਕੂ, ਕੌਫੀ, ਮਸਾਲੇ। ਮਸਾਲਿਆਂ ਦਾ ਤਾਂ ਬਹੁਤ ਜ਼ਿਆਦਾ ਵਾ, ਤੁਹਾਨੂੰ ਪਤਾ ਪੁਰਾਣੇ ਟਾਈਮ ਤੋਂ ਇੰਡੀਆ ਤੋਂ ਮੀਨਸ ਕਿ ਮਸਾਲੇ ਜਿਹੜੇ ਆ ਫੋਰਨ ਕੰਟਰੀਜ਼ ਨੂੰ ਆਪਾਂ ਐਕਸਪੋਰਟ ਕਰਦੇ ਆ ਰਹੇ ਆ, ਠੀਕ ਹੈ। ਫੋਰਨ ਟ੍ਰੇਡ ਤਾਂ ਹੋਇਆ ਹੀ ਹੋਇਆ ਸੀ, ਦੂਜੀ ਕੰਟਰੀਜ਼ ਦੇ ਨਾਲ ਤਾਂ ਖੇਤੀਬਾੜੀ ਦੀਆਂ ਚੀਜ਼ਾਂ ਦਾ ਵਪਾਰ ਕਰਦੇ ਹੀ ਆ, ਪਲੱਸ ਇੰਟਰਨਲ ਟ੍ਰੇਡ ਵੀ, ਯਾਨੀ ਕਿ ਆਪਣੇ ਦੇਸ਼ ਦੇ ਅੰਦਰ ਵੀ ਆਪਾਂ ਚੀਜ਼ਾਂ ਨੂੰ, ਖੇਤੀਬਾੜੀ ਦੀਆਂ ਨੂੰ ਕਰਦੇ ਆ, ਠੀਕ ਹੈ, ਵਪਾਰ ਕਰਦੇ ਆ। ਲਾਰਜ ਨੰਬਰ ਆਫ ਇੰਡੀਅਨ ਸਪੈਂਡ ਮੋਰ ਦੇਨ 80% ਆਫ देयर ਇਨਕਮ ਔਨ ਫੂਡ ਗ੍ਰੇਨ।
ਜਿਹੜੇ ਇੰਡੀਅਨਸ ਆ 80% ਜਿਹੜੀ ਆਪਣੀ ਸੈਲਰੀ ਆ ਉਹ ਫੂਡ ਗ੍ਰੇਨਸ ਤੇ ਖਰਚਦੇ ਨੇ, ਲਾਈਕ ਚਾਹ ਹੋ ਗਈ, ਸ਼ੂਗਰ ਹੋ ਗਈ, ਮਿਲਕ ਹੋ ਗਈ, ਠੀਕ ਹੈ। ਤੋ ਇਸ ਵਜ੍ਹਾ ਦੇ ਨਾਲ ਜਿਹੜਾ ਐਗਰੀਕਲਚਰ ਹੈ ਇਹਦਾ ਸਾਡੀ ਕੰਟਰੀ ਦੇ ਵਿੱਚ ਵੀ ਫੂਡ ਮੀਨਸ ਕਿ ਬੜਾ ਵਪਾਰ ਚੱਲਦਾ ਹੈਗਾ ਵਾ, ਠੀਕ ਹੈ। ਤੇ ਹੁਣ ਇਹਦੇ ਵਜ੍ਹਾ ਦੇ ਨਾਲ ਮੀਨਸ ਕਿ ਲੋਕਾਂ ਨੂੰ ਵੀ ਪਲੱਸ ਗਵਰਨਮੈਂਟ ਨੂੰ ਵੀ ਬਹੁਤ ਸਾਰਾ ਇੰਪਲੋਇਮੈਂਟ ਮਿਲਦਾ ਵਾ, ਠੀਕ ਹੈ, ਤੇ ਰੈਵਨਿਊ ਮੀਨਸ ਇਨਕਮ ਮਿਲਦੀ ਹੈ। ਨੈਕਸਟ ਆ ਗਿਆ ਟਰਾਂਸਪੋਰਟ। ਹੁਣ ਟਰਾਂਸਪੋਰਟ ਕਿੱਦਾਂ ਐਗਰੀਕਲਚਰ ਤੇ ਡਿਪੈਂਡ ਕਰਦਾ, ਦੇਖੋ ਖੇਤਾਂ ਦੇ ਵਿੱਚ ਜਿਹੜੀ ਚੀਜ਼ ਪ੍ਰੋਡਿਊਸ ਹੋਈ ਹੈ, ਜਿਹੜਾ ਰਾ ਮਟੀਰੀਅਲ ਹੋਇਆ ਵਾ, ਤਾਂ ਉਹਨੂੰ ਅਗਰ ਅਸੀਂ ਫੈਕਟਰੀ ਤੱਕ ਪਹੁੰਚਾਉਣਾ ਵਾ, ਇੱਕ ਥਾਂ ਤੋਂ ਦੂਜੀ ਥਾਂ ਤੱਕ ਪਹੁੰਚਾਉਣਾ, ਤਾਂ ਕਿਹਦੇ ਥਰੂ ਪਹੁੰਚਾਵਾਂਗੇ, ਟਰਾਂਸਪੋਰਟ ਦੇ ਥਰੂ, ਠੀਕ ਆ। ਯਾਨੀ ਕਿ ਇੱਕ ਤਰ੍ਹਾਂ ਦਾ ਯਾਤਾਯਾਤ ਦਾ ਵੀ ਜਿਹੜਾ ਬਿਜ਼ਨਸ ਹੈਗਾ ਵਾ ਉਹ ਵੀ ਕਿਹਦੇ ਤੇ ਡਿਪੈਂਡ ਕਰਦਾ ਵਾ, ਖੇਤੀਬਾੜੀ ਤੇ। ਰੇਲਵੇਜ਼, ਮੋਟਰ, ਬੁਲੋਕ ਕਾਰਟਸ, ਇਹਨਾਂ ਦੇ ਵਿੱਚ ਪਾ ਕੇ ਫੂਡ ਗ੍ਰੇਨਸ ਨੂੰ ਆਪਾਂ ਇੱਕ ਥਾਂ ਤੋਂ ਦੂਜੀ ਥਾਂ ਤੇ, ਠੀਕ ਹੈ, ਟਰੈਕਟਰਸ ਟਰਾਲਿਆਂ ਦੇ ਥਰੂ ਪਹੁੰਚਾਉਂਦੇ ਆ, ਠੀਕ ਹੈ। ਰੇਲਵੇਜ਼ 'ਚ ਤੁਸੀਂ ਸੁਣਿਆ ਵੀ ਹੋਣਾ ਮਾਲ ਗੱਡੀ, ਹਨ ਦੇਖੀ ਵੀ ਹੋਣੀ ਮੇ ਬੀ ਕਈਆਂ ਨੇ। ਤੋ ਉਹਦੇ ਨਾਲ ਫੂਡ ਗ੍ਰੇਨਸ ਜਿਹੜੀਆਂ ਹੈਗੀਆਂ ਸਿਰਫ ਆਪਣੀ ਸਿਟੀ ਦੇ ਵਿੱਚ, ਆਪਣੀ ਡਿਸਟ੍ਰਿਕਟ ਦੇ ਵਿੱਚ ਹੀ ਨਹੀਂ, ਆਪਾਂ ਇੱਕ ਸਟੇਟ ਤੋਂ ਦੂਜੀ ਸਟੇਟ ਤੱਕ ਵੀ ਪਹੁੰਚਾਉਂਦੇ ਹਾਂ, ਠੀਕ ਹੈ। ਨੈਕਸਟ ਹੈਗਾ ਗਵਰਨਮੈਂਟ ਇਨਕਮ। ਗਵਰਨਮੈਂਟ ਦੀ ਇਨਕਮ ਦਾ ਵੀ ਬਹੁਤ ਵੱਡਾ ਸਾਧਨ ਹੈ ਇਨਕਮ, ਸੌਰੀ ਐਗਰੀਕਲਚਰ। ਗਵਰਨਮੈਂਟ ਜਿਹੜੀ ਆ ਬਹੁਤ ਸਾਰੇ ਟੈਕਸ ਲਗਾਉਂਦੀ ਹੈ, ਜਿੱਦਾਂ ਲੈਂਡ ਰੈਵਨਿਊ, ਠੀਕ ਹੈ। ਜ਼ਮੀਨ ਦੀ, ਲੈਂਡ ਕੀ ਹੁੰਦੀ, ਜ਼ਮੀਨ, ਤੋਂ ਰੈਵਨਿਊ ਕੀ ਹੁੰਦੀ ਆ, ਇਨਕਮ, ਠੀਕ ਹੈ। ਤੋ ਜ਼ਮੀਨ ਤੋਂ ਜਿਹੜੀ ਇਨਕਮ ਹੁੰਦੀ, ਤੁਹਾਨੂੰ ਪਤਾ ਸਾਰਿਆਂ ਨੂੰ, ਗਵਰਨਮੈਂਟ ਸਾਰਿਆਂ ਤੇ ਇਨਕਮ ਟੈਕਸ ਲਗਾਉਂਦੀ ਹੈ। ਇਰੀਗੇਸ਼ਨ ਚਾਰਜਿਸ, ਸਿੰਚਾਈ ਜਿਹੜੀ ਕਰਨੀ ਹੈ, ਠੀਕ ਹੈ, ਕਿਉਂਕਿ ਗਵਰਨਮੈਂਟ ਨੇ ਹੀ ਨਹਿਰਾਂ ਬਣਾਈਆਂ ਹੁੰਦੀਆਂ ਨੇ, ਟਿਊਬਵੈਲ ਵਗੈਰਾ ਜਿਹੜੇ ਹੁੰਦੇ ਨੇ, ਠੀਕ ਹੈ, ਤਾਂ ਉੱਥੋਂ ਵੀ ਗਵਰਨਮੈਂਟ ਮੀਨਸ ਕਿ ਟੈਕਸ ਲੈਂਦੀ ਹੈ, ਠੀਕ ਹੈ। ਐਗਰੀਕਲਚਰ ਇਨਕਮ ਟੈਕਸ ਵੀ ਹੁੰਦਾ ਹੈ, ਤਾਂ ਗਵਰਨਮੈਂਟ ਦਾ ਵੀ ਇੱਕ ਤਰ੍ਹਾਂ ਦਾ ਕਮਾਈ ਦਾ ਸਾਧਨ ਹੈ ਖੇਤੀਬਾੜੀ। ਨੈਕਸਟ ਆ ਗਿਆ ਕੈਪੀਟਲ ਫਾਰਮੇਸ਼ਨ। ਕੈਪੀਟਲ ਕੀ ਹੁੰਦੀ, ਪੂੰਜੀ, ਫਾਰਮੇਸ਼ਨ ਕੀ ਹੁੰਦਾ, ਨਿਰਮਾਣ, ਠੀਕ ਹੈ। ਤੋ ਕੰਟਰੀ ਦੀ ਜਿਹੜੀ ਬਹੁਤ ਵੱਡੀ ਕੈਪੀਟਲ ਆ, ਜਿਹੜੀ ਮੀਨਸ ਕਿ ਪੂੰਜੀ ਆ, ਐਗਰੀਕਲਚਰ ਦੇ ਵਿੱਚ ਲਗਾਈ ਜਾਂਦੀ ਹੈ। ਕਿੱਦਾਂ ਲਗਾਈ ਜਾਂਦੀ ਆ, ਆਪਾਂ ਟਿਊਬਵੈਲ ਲਗਾਉਂਦੇ ਹਾਂ, ਠੀਕ ਹੈ, ਤੇ ਫਿਰ ਮੋਟਰਾਂ ਲਗਾਉਂਦੇ ਆ, ਹੈ ਨਾ। ਫਿਰ ਆਪਾਂ ਐਨੀਮਲਸ ਖਰੀਦਦੇ ਹਾਂ ਖੇਤੀਬਾੜੀ ਦੇ ਲਈ, ਟਰੈਕਟਰ, ਥ੍ਰੈਸ਼ਰ, ਬਹੁਤ ਸਾਰੀਆਂ ਚੀਜ਼ਾਂ ਮੀਨਸ ਕਿ ਆਪਾਂ ਮਸ਼ੀਨੀ ਦੀਆਂ ਖਰੀਦਦੇ ਹਾਂ। ਤਾਂ ਉਹਦੇ ਨਾਲ ਕੀ ਹੁੰਦਾ ਵਾ, ਕੈਪੀਟਲ ਫਾਰਮੇਸ਼ਨ ਹੁੰਦਾ ਵਾ, ਪਲੱਸ ਜਿਹੜੀ ਸਾਡੀ ਐਗਰੀਕਲਚਰ ਆ ਉਹ ਵੀ ਕੀ ਆ, ਆਪਾਂ ਡਿਵੈਲਪਡ ਐਡਵਾਂਸਡ ਵੇ ਦੇ ਨਾਲ ਕਰਦੇ ਹਾਂ, ਠੀਕ ਹੈ। ਤਾਂ ਯਾਨੀ ਕਿ ਬੇਸਿਕਲੀ ਕੀ ਹੈਗਾ ਵਾ, ਜਿਹੜੇ ਇੰਡੀਆ ਦੇ ਜਿਹੜੇ ਕਿਸਾਨ ਹੈਗੇ ਆ, ਯਾਨੀ ਕਿ ਅਗਰ ਉਹ ਖੁਸ਼ ਹੋਣਗੇ, ਦੇਖੋ ਇੱਥੇ ਲਿਖਿਆ ਦ ਪ੍ਰੋਸਪੈਰਿਟੀ ਆਫ ਫਾਰਮਰ ਇਜ਼ ਦ ਪ੍ਰੋਸਪੈਰਿਟੀ ਆਫ ਇੰਡੀਆ। ਤਾਂ ਇੰਡੀਆ ਦਾ ਮੀਨਸ ਕਿ ਮੈਕਸੀਮਮ ਜਿਹੜੀਆਂ ਚੀਜ਼ਾਂ ਨੇ ਸਾਡੀ ਇਕੋਨਮੀ ਦੀਆਂ, ਉਹ ਐਗਰੀਕਲਚਰ ਤੇ ਹੀ ਡਿਪੈਂਡ ਕਰਦੀਆਂ ਨੇ, ਚਾਹੇ ਉਹ ਫੋਰਨ ਟ੍ਰੇਡ ਹੋਵੇ, ਚਾਹੇ ਉਹ ਇੰਟਰਨਲ ਟ੍ਰੇਡ ਹੋਵੇ, ਚਾਹੇ ਗੌਰਮੈਂਟ ਦੀ ਇਨਕਮ ਦਾ ਸਾਧਨ ਆ, ਚਾਹੇ ਕੰਟਰੀ ਦੇ ਵਿੱਚ ਕੈਪੀਟਲ ਫਾਰਮੇਸ਼ਨ। ਦੇਖੋ ਆਪਾਂ ਅਗਰ ਐਗਰੀਕਲਚਰ ਦੇ ਵਿੱਚ ਟਰੈਕਟਰ, ਥ੍ਰੈਸ਼ਰ, ਇੱਦਾਂ ਦੀਆਂ ਮਸ਼ੀਨਾਂ ਦੀ ਜਿੰਨੀ ਜ਼ਿਆਦਾ ਡਿਮਾਂਡ ਕਰਾਂਗੇ, ਤਾਂ ਫਿਰ ਉਹਨਾਂ ਦੇ ਪਲਾਂਟ ਵੀ ਤਾਂ ਆਪਣੀ ਕੰਟਰੀ 'ਚ ਲੱਗਣਗੇ। ਲਾਈਕ ਸੋਨਾਲੀਕਾ ਦੇ ਵੀ ਕਾਫੀ ਸਾਰੇ ਪਲਾਂਟਸ ਹੈ ਨਾ, ਸੋਨਾਲੀਕਾ ਦੇ ਟਰੈਕਟਰ ਬਣਦੇ ਨੇ, ਕਿਉਂਕਿ ਐਗਰੀਕਲਚਰ ਸੈਕਟਰ ਦੇ ਵਿੱਚ ਚਾਹੀਦੇ। ਤੇ ਉਹਦੇ ਨਾਲ ਕੀ ਹੁੰਦਾ ਕਿ ਸਾਡੀ ਕੰਟਰੀ ਦੇ ਵਿੱਚ ਇੰਡਸਟਰੀਜ਼ ਵੀ ਨਵੀਆਂ ਨਵੀਆਂ ਲੱਗਦੀਆਂ ਨੇ, ਹੈ ਨਾ। ਤਾਂ ਇੰਡਸਟਰੀ ਲੱਗੂਗੀ ਤਾਂ ਲੋਕਾਂ ਨੂੰ ਐਮਪਲੋਇਮੈਂਟ ਵੀ ਹੋਏਗਾ, ਹੈ ਨਾ। ਐਮਪਲੋਇਮੈਂਟ ਹੋਏਗਾ ਲੋਕਾਂ ਕੋਲ ਤਾਂ ਲੋਕਾਂ ਕੋਲ ਪੈਸਾ ਆਏਗਾ, ਪੈਸਾ ਆਏਗਾ ਤਾਂ ਲੋਕਾਂ ਦਾ ਸਟੈਂਡਰਡ ਆਫ ਲਿਵਿੰਗ ਵਧੇਗਾ, ਸਟੈਂਡਰਡ ਆਫ ਲਿਵਿੰਗ ਵਧੇਗਾ ਤਾਂ ਦੇਸ਼ ਦੀ ਵੀ, ਯਾਨੀ ਕਿ ਜਿੱਥੇ ਦੇ ਲੋਕਾਂ ਦਾ ਸਟੈਂਡਰਡ ਆਫ ਲਿਵਿੰਗ ਵਧੀਆ ਵਾ, ਉਹ ਜਿੱਥੇ ਦੇ ਲੋਕ ਅਮੀਰ ਨੇ, ਯਾਨੀ ਕਿ ਉਹ ਦੇਸ਼ ਵੀ ਅਮੀਰ ਹੈ। ਤੋ ਯਾਨੀ ਕਿ ਹਰ ਪਾਸਿਓਂ ਐਗਰੀਕਲਚਰ ਜਿਹੜੀ ਹੈਗੀ ਆ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੀ ਹੈ। ਇਸ ਕਰਕੇ ਕਹਿੰਦੇ ਇੰਡੀਆ ਦੀ ਖੁਸ਼ਹਾਲੀ ਕਿਹਦੇ ਤੇ ਡਿਪੈਂਡ ਕਰਦੀ ਹੈ, ਕਿਸਾਨਾਂ ਦੀ ਖੁਸ਼ਹਾਲੀ ਤੇ। ਅਗਰ ਕਿਸਾਨ ਖੁਸ਼ ਨੇ ਦੇਸ਼ ਦੇ, ਤਾਂ ਸਾਡਾ ਦੇਸ਼ ਵੀ ਜਿਹੜਾ ਹੈਗਾ ਉਹ ਤਰੱਕੀ ਕਰੇਗਾ, ਠੀਕ ਹੈ। ਨੈਕਸਟ ਆ ਜਾਓ, ਹੁਣ ਇੱਥੇ ਤੱਕ ਸਮਝ ਲੱਗ ਗਿਆ ਬੱਚਿਓ, ਸਟੂਡੈਂਟਸ ਕਲੀਅਰ ਹੈ ਇੱਥੇ? ਯੈਸ ਲਿਖ ਕੇ ਭੇਜ ਦਿਆ ਕਰੋ। ਓਕੇ ਬੇਟੇ, ਠੀਕ ਹੈ। ਚਲੋ ਅੱਗੇ ਚੱਲਦੇ ਹਾਂ, ਪ੍ਰੋਬਲਮਸ। ਹੁਣ ਦੇਖੋ ਆਪਣੀ ਐਗਰੀਕਲਚਰ ਤੇ ਕਿਹੜੀਆਂ ਕਿਹੜੀਆਂ ਚੀਜ਼ਾਂ ਡਿਪੈਂਡ ਕਰਦੀਆਂ ਨੇ, ਆਪਾਂ ਇਹ ਤਾਂ ਇੰਪੋਰਟੈਂਸ ਤਾਂ ਦੇਖ ਲਈ। ਹੁਣ ਦੇਖਦੇ ਹਾਂ ਕਿ ਖੇਤੀਬਾੜੀ 'ਚ ਸਾਨੂੰ ਕਿਹੜੀਆਂ ਕਿਹੜੀਆਂ ਸਾਡੀ ਕੰਟਰੀਜ਼ ਦੇ ਵਿੱਚ ਪ੍ਰੋਬਲਮ ਆ ਰਹੀਆਂ ਨੇ। ਇਹ ਤਿੰਨ ਤਰ੍ਹਾਂ ਦੀਆਂ ਪ੍ਰੋਬਲਮਸ ਆਪਾਂ ਨੂੰ ਫੇਸ ਕਰਨੇ ਪੈ ਰਹੀਆਂ ਨੇ। ਇੱਕ ਹੈਗੀਆਂ ਹਿਊਮਨ ਪ੍ਰੋਬਲਮਸ, ਇੰਸਟੀਟਿਊਸ਼ਨਲ ਪ੍ਰੋਬਲਮਸ ਤੇ ਟੈਕਨੀਕਲ ਪ੍ਰੋਬਲਮਸ, ਠੀਕ ਹੈ। ਹੁਣ ਦੇਖਦੇ ਆਪਾਂ ਕੀ ਹੁੰਦੀਆਂ ਨੇ ਇਹ।